विरासत टीवी ते तुहाडा सब दा स्वागत। मैं रमन सिद्धू लैके हाजिर हाँ अज दा दिन इतिहास विच। सो दोस्तों, अज है 13 अक्तूबर। अज तुहाडे सामने पेश करन जा रहे हां 13 अक्तूबर नाल जुड़ियां घटनावां बारे, जिन्हां दा संबंध पंजाब सिख तवारीख ते देश दुनिया नाल जुड़िया होया है। सो सब तो पहला जिक्र है साल 1710 नूं सरहिंद दी लड़ाई विच सैकड़े सिख शहीद होए। सरहिंद दी लड़ाई राहो तो सरहिंद जा रहे वजीद खान नूं जद सिखां दी अमीनगढ़ विच हार दी खबर मिली तां ओह फौज लैके सरहिंद नेड़े पुज चुका सी। उस नाल उसदा भतीजा शमश खान भी सी। ओह अजे कुछ दिन पहला ही सिखां नूं राहो विच हरा के आए सन, इस करके ओह तकड़े हौसले ते उच्चियां हवावां विच सन। ਉਹ 12 अक्तूबर 1710 ਦੇ ਦਿਨ ਸਰਹਿੰਦ ਕੋਲ ਪੁੱਜ ਗਏ। ਇਸ ਵੇਲੇ ਸਰਹਿੰਦ ਵਿੱਚ ਬਹੁਤ ਥੋੜੀ ਜਿਹੀ ਹੀ ਸਿੱਖ ਫੌਜ ਸੀ। ਸੂਬੇਦਾਰ ਭਾਈ ਬਾਜ ਸਿੰਘ ਵੀ ਇਸ ਵੇਲੇ ਸਰਹਿੰਦ ਵਿੱਚ ਨਹੀਂ ਸੀ। ਇਸ ਦੇ ਬਾਵਜੂਦ ਅਗਲੇ ਦਿਨ 13 ਅਕਤੂਬਰ ਨੂੰ ਭਾਈ ਸੁਖਾ ਸਿੰਘ ਤੇ ਸ਼ਾਮ ਸਿੰਘ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸ਼ਮਸ਼ ਖਾਨ ਤੇ ਵਜੀਦ ਖਾਨ ਦੀ ਫੌਜ ਨਾਲ ਯਾਕੂਬ ਖਾਨ ਦੇ ਬਾਗ ਵਿੱਚ ਤੇ ਇਸ ਦੇ ਬਾਹਰ ਖੂਬ ਲੋਹਾ ਲਿਆ, ਪਰ ਥੋੜੀ ਗਿਣਤੀ ਤੇ ਬਹੁਤ ਘੱਟ ਅਸਲਾ ਹੋਣ ਕਾਰਨ ਸਿੱਖ ਬਹੁਤੀ ਦੇਰ ਨਾ ਟਿਕ ਸਕੇ। ਇਸ ਲੜਾਈ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਸਿੱਖ ਆਪਣੇ ਜਰਨੈਲ ਭਾਈ ਸੁਖਾ ਸਿੰਘ ਦੀ ਸ਼ਹੀਦੀ ਮਗਰੋਂ ਪਿੱਛੇ ਹਟ ਕੇ ਸਰਹੰਦ ਦੇ ਕਿਲੇ ਵਿੱਚ ਜਾ ਵੜੇ, ਪਰ ਸਿੱਖ ਬਹੁਤੀ ਦੇਰ ਕਿਲਾ ਵੀ ਕਾਬੂ ਵਿੱਚ ਨਾ ਰੱਖ ਸਕੇ ਤੇ 2 ਦਿਨ ਦੀ ਲੜਾਈ ਮਗਰੋਂ ਹਨੇਰੇ ਵਿੱਚ ਘੇਰਾ ਤੋੜਦੇ ਹੋਏ ਖੜ ਵੱਲ ਭੱਜ ਗਏ। ਸਾਲ 1948 ਪਹਿਲੀ ਸਿੱਖ ਰੈਜੀਮੈਂਟ ਦੇ ਲਾਂਸਨਾਇਕ ਕਰਮ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। सूबेदार ते ऑनरैरी कैप्टन करम सिंह PVC मिलिटरी मैडल एक भारतीय सिपाही परमवीर चक्र बहादरी लई भारत दा सर्वोच्च पुरस्कार प्राप्त करने वाला सी। सिंह 1941 विच फौज विच शामिल होए ते दूजी विश्व युद्ध दे बर्मा मुहिम विच हिस्सा लिया। 1944 विच एडमिन बॉक्स दी लड़ाई दौरान अपनियां कारवाइयां लई मिलिटरी मैडल प्राप्त कीता। उसने 1947 दी भारत पाकिस्तानी जंग विच भी लड़िया सी ते तिथवाल दे दखण विच रिशमार गली विखे एक फॉरवर्ड पोस्ट नूं बचाउण विच उसदी भूमिका लई उसनूं परमवीर चक्र नाल सन्मानित किया गया सी। ਉਹ 1947 ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਝੰਡਾ ਚੁੱਕਣ ਲਈ ਚੁਣੇ ਗਏ 5 ਸੈਨਿਕਾਂ ਵਿੱਚੋਂ ਇੱਕ ਸੀ। ਸਿੰਘ ਬਾਅਦ ਵਿੱਚ ਸੂਬੇਦਾਰ ਦੇ ਰੈਂਕ ਤੱਕ ਪਹੁੰਚ ਗਏ ਤੇ ਸਤੰਬਰ 1969 ਵਿੱਚ ਉਸ ਦੀ ਸੇਵਾ ਮੁਕਤੀ ਤੋਂ ਪਹਿਲਾਂ ਉਸ ਨੂੰ ਆਨਰੇਰੀ ਕਪਤਾਨ ਦਾ ਦਰਜਾ ਦਿੱਤਾ ਗਿਆ। ਜੇ ਗੱਲ ਕਰੀਏ ਉਹਨਾਂ ਦੇ ਆਰੰਭ ਦੇ ਜੀਵਨ ਦੀ ਤਾਂ ਕਰਮ ਸਿੰਘ ਦਾ ਜਨਮ 15 ਸਤੰਬਰ 1915 ਨੂੰ ਪਿੰਡ ਸੈਨਾ ਬਰਨਾਲਾ ਜ਼ਿਲ੍ਹੇ ਪੰਜਾਬ ਬਰਤਾਨਵੀ ਭਾਰਤ ਵਿੱਚ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ उत्तम ਸਿੰਘ ਇੱਕ ਕਿਸਾਨ ਸਨ। ਸਿੰਘ ਦਾ ਵੀ ਇੱਕ ਕਿਸਾਨ ਬਣਨ ਦਾ ਇਰਾਦਾ ਸੀ, ਪਰ ਉਸਨੇ ਆਪਣੇ ਪਿੰਡ ਦੇ ਪਹਿਲੇ ਵਿਸ਼ਵ ਯੁੱਧ ਦੇ ਸਾਬਕਾ ਸੈਨਿਕਾਂ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੋ ਕੇ ਫੌਜ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਆਪਣੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1941 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। ਜੇ ਗੱਲ ਕਰੀਏ ਉਹਨਾਂ ਦੇ ਫੌਜੀ ਕਰੀਅਰ ਬਾਰੇ ਤਾਂ 15 ਸਤੰਬਰ 1941 ਨੂੰ ਉਹ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਭਰਤੀ ਹੋ ਗਿਆ। ਦੂਜੇ ਵਿਸ਼ਵ ਯੁੱਧ ਦੇ ਬਰਮਾ ਮੁਹਿੰਮ ਦੌਰਾਨ ਐਡਮਿਨ ਬਾਕਸ ਦੀ ਲੜਾਈ ਵਿੱਚ ਉਸਦੇ ਆਚਰਣ ਤੇ ਦਲੇਰੀ ਲਈ ਉਸ ਨੂੰ ਮਿਲਟਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇੱਕ ਜਵਾਨ ਯੁੱਧ ਸਜਾਏ ਸਿਪਾਹੀ ਦੇ ਰੂਪ ਵਿੱਚ ਉਸਨੇ ਆਪਣੀ ਬਟਾਲੀਅਨ ਵਿੱਚ ਸਾਥੀ ਸੈਨਿਕਾਂ ਤੋਂ ਸਤਿਕਾਰ ਪ੍ਰਾਪਤ ਕੀਤਾ। ਉਹ 1947 ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਝੰਡਾ ਚੁੱਕਣ ਲਈ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੁਆਰਾ ਚੁਣੇ ਗਏ 5 ਸਿਪਾਹੀਆਂ ਵਿੱਚੋਂ ਇੱਕ ਸੀ। ਜੇ ਗੱਲ ਕਰੀਏ ਉਹਨਾਂ ਦੀ ਬਾਅਦ ਦੀ ਜ਼ਿੰਦਗੀ ਬਾਰੇ ਤਾਂ ਸਿੰਘ 20 ਜਨਵਰੀ 1993 ਨੂੰ ਆਪਣੇ ਪਿੰਡ ਵਿੱਚ ਅਕਾਲ ਚਲਾਣਾ ਕਰ ਗਏ ਸਨ ਤੇ ਆਪਣੇ ਪਿੱਛੇ ਪਤਨੀ ਗੁਰਦਿਆਲ ਕੌਰ ਤੇ ਬੱਚੇ ਛੱਡ ਗਏ ਸਨ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਸਨਮਾਨਾਂ ਬਾਰੇ। 1980 ਦੇ ਦਹਾਕੇ ਵਿੱਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਸ਼ਿਪਿੰਗ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੀ ਇੱਕ ਉਦਮ ਨੇ PVC ਪ੍ਰਾਪਤਕਰਤਾਵਾਂ ਦੇ ਸਨਮਾਨ ਵਿੱਚ ਆਪਣੇ 15 ਕੱਚੇ ਤੇਲ ਦੇ ਟੈਂਕਰਾਂ ਦਾ ਨਾਮ ਦਿੱਤਾ। ਟੈਂਕਰ MT ਲਾਂਸਨਾਇਕ ਕਰਮ ਸਿੰਘ PVC 30 ਜੁਲਾਈ 1984 ਨੂੰ SCI ਨੂੰ ਸੌਂਪਿਆ ਗਿਆ ਸੀ ਤੇ ਪੜਾਵਾਰ ਹੋਣ ਤੋਂ ਪਹਿਲਾਂ 25 ਸਾਲਾਂ ਲਈ ਸੇਵਾ ਕੀਤੀ ਸੀ। ਸਰਕਾਰ ਨੇ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਹਨਾਂ ਦੇ ਸਨਮਾਨ ਵਿੱਚ ਇੱਕ ਯਾਦਗਾਰ ਵੀ ਬਣਾਈ। ਅੱਗੇ ਜ਼ਿਕਰ ਹੈ 1973 ਦਾ। ਕਪੂਰ ਸਿੰਘ ICS ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦਾ ਖਿਤਾਬ ਦਿੱਤਾ ਗਿਆ।
सरदार कपूर सिंह ICS जो कि प्रसिद्ध सिख विद्वान योग प्रशासक ते सांसद सन। कपूर सिंह का जन्म जगराऊं जिला लुधियाना के एक नेड़ले पिंड सरदार दीदार सिंह धालीवाल के घर माता हरनाम कौर की कुख तो होया। थोड़े समय तो पिछों यह परिवार पश्चिमी पंजाब के जिला लायलपुर के ਚੱਕ नंबर 531 विच जा बसिया। हुण गल करदे हां उन्हां दी मुढली सिक्ख्या बारे। सरदार कपूर सिंह ने 10वीं तक की विद्या लायलपुर के खालसा हाई स्कूल तो प्राप्त की। उचेरी विद्या लई आप लाहौर गए। आपने ICS की परीक्षा पास की ते प्रशासनिक अधिकारी नियुक्त होए। हुण गल करदे हां उन्हां दे करियर बारे। ICS की नियुक्ति तो बाद कपूर सिंह नूं कांगड़ा विच डिप्टी कमिश्नर रहण दे समय कीते गए 13,000 रुपए के गबन कारण सस्पेंड किया गया सी। कपूर सिंह ने अपने इस केस की पैरवी हाई कोर्ट ते सुप्रीम कोर्ट विच कीती सी, पर प्रतੱਖ सबूत ना पेश करन करके बरी नहीं हो सकिया। इस घटना के पूरे वेरवे कपूर सिंह की अपनी किताब सच्ची साखी विच दर्ज कीते होए ने। सच्ची साखी का मुख बंद डॉक्टर गंडा सिंह ਜਿਹੇ प्रसिद्ध इतिहासकार ने लिखिया, जिस विच उसने डिप्टी कमिश्नर तो हटाए जाण दे पंजाब सरकार के फरमान ते पक्षपाती होण नूं मनघड़त ते गैर कानूनी होना सिद्ध कीता है। हुण गल करदे हां उन्हां नूं सिखां नूं समर्पित कीते जाण बारे। कपूर सिंह ने सिखां नाल हो रहे वितकरे ते बेइंसाफी नूं खत्म करन लई पूर्ण रूप विच खुद नूं समर्पित कर दिता। 1973 ईस्वी विच सरदार कपूर सिंह नूं नैशनल प्रोफैसर ऑफ सिखिज्म की उपाधि नाल पूरे सिख संसार वालों सन्मानिया गया। जे गल करिए उन्हां दे राजनीतिक जीवन बारे तां कपूर सिंह राजनीतिक खेत्र विच भी काफ़ी सरगर्म रहे। उन्हें इस गल नूं भली भांत अनुभव कर लिया कि राजनीतिक वितकरे करके सिख हर खेत्र विच मार खा रहे ने। इसे राजनीतिक वितकरे नूं देखदियां ही इस महान बुद्धिजीवी हस्ती ने 1962 ईस्वी विच लुधियाना तो अकाली दल की टिकट लैके लोक सभा की चोण जीती। सुप्रीम कोर्ट च अपने विरुद्ध होए फैसले तो बाद कपूर सिंह अकाली दल का मैंबर बन गया ते 1962 दीयां चोणां विच अकाली पार्टी के नुमाइंदे वजों स्वतंत्र पार्टी की टिकट ते पार्लीमेंट का मैंबर रहा, क्योंकि उस समय अकाली पार्टी नूं कौमी पार्टी वजों मानता नहीं सी। 1967 दीयां पार्लीमेंटरी चोणां विच कपूर सिंह दी सिख बहुलता वाले हलके लुधियाना तो जमानत जब्त हो गई सी। साल 1969 विच वो फिर पंजाब विधान सभा दे समराला हलके तो मैंबर चुने गए। हुण गल करदे हां उन्हां दीयां रचनावां बारे। सरदार कपूर सिंह ने एक लेखक वजों पंजाबी साहित्य दे खेत्र विच ते पंजाबी पाठकां दी झोली विच बहुत सारियां किताबां पाईआं। इन्हां ने निबंध, कविता, सिख इतिहास ते राजनीतिक विषयां उपर अपनी कलम चलाई। बहुत सारे धार्मिक ते राजनीतिक लेखां की रचना की। सच्ची साखी उसकी स्वै जीवनी नुमा रचना है। अंग्रेजी विच लिखी उन्हां दी पुस्तक वैसाखी ऑफ गुरु गोबिंद सिंह सिख फिलॉसफी की एक शाहकार रचना है। अंग्रेजी दीयां 3 पुस्तकां उन्हां दे अकाल चलाने तो पिछों छपियां। अगे जिक्र है 1915 का। पंजाबी दे शायर ते लिखारी शरीफ कुंजाही का जन्म होया। हुण जाणदे हां भारत बारे। साल 2006 गोंदरा कांड रेलवे मंत्रालय कमीशन जस्टिस UC बैनर्जी कमीशन ने इसनूं महज एक हादसा ऐलानिया सी। साल 1884 गदर पार्टी का संचलन ते भारतीय कौमी इनकलाबी लाला हरदयाल का जन्म होया। लाला हरदयाल एक भारतीय कौमी इनकलाबी सी जिसने अमरीका विच गदर पार्टी की नींह रखण दे संचालन विच अहम भूमिका निभाई। उन्होंने प्रवासी भारतीयों विच देश भगती की जो अलख जगाई उसका आवेग निरंतर वाधा ही गया। ककोरी कांड का इतिहासक फैसला आउण दे बाद मई सन 1927 विच लाला हरदयाल नूं भारत लियाउण दी कोशिश की गई, पर बरतानवी सरकार ने आग्ञा नहीं दी। इस दे बाद सन 1938 विच फिर कोशिश करन ते आग्ञा तां मिली, पर भारत परतदे होए रास्ते विच ही 4 मार्च 1939 नूं अमरीका दे महानगर फिलाडेल्फिया विच उन्हां दी मौत हो गई। यंग मैन इंडिया एसोसीएशन की स्थापना की गल करिए तां गल उन्हां दिनां दी है जदों लाहौर विच युवकां दे मनोरंजन लई एक ही क्लब होया करदा सी, जिसका नाम सी यंग मैन क्रिश्चियन एसोसीएशन जां YMCA। उस समय लाला हरदयाल लाहौर विच MA कर रहे सन। संयोग नाल उन्हां दी क्लब दे सकत्तर नाल किसी गल नूं लैके तीखी बहस हो गई।
ਲਾਲਾ ਜੀ ਨੇ ਆਪ ਦੇਖਿਆ ਨਾ ਤਾਬ ਤੁਰੰਤ ਹੀ YMCA ਦੇ ਸਮਾਨਾਂਤਰ ਜੰਗਮੈਨ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕਰ ਲਈ। ਲਾਲਾ ਜੀ ਦੇ ਕਾਲਜ ਵਿੱਚ ਮੁਹੰਮਦ ਅਲਾਮਾ ਇਕਬਾਲ ਵੀ ਪ੍ਰੋਫੈਸਰ ਸਨ ਜੋ ਉੱਥੇ ਦਰਸ਼ਨ ਸ਼ਾਸਤਰ ਪੜ੍ਹਾਉਂਦੇ ਸਨ। ਉਹਨਾਂ ਦੋਨਾਂ ਦੇ ਵਿੱਚ ਚੰਗੀ ਦੋਸਤੀ ਸੀ। ਜਦੋਂ ਲਾਲਾ ਜੀ ਨੇ ਪ੍ਰੋਫੈਸਰ ਇਕਬਾਲ ਨੂੰ ਐਸੋਸੀਏਸ਼ਨ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨ ਨੂੰ ਕਿਹਾ ਤਾਂ ਉਹ ਖੁਸ਼ੀ ਨਾਲ ਤਿਆਰ ਹੋ ਗਏ। ਇਸ ਸਮਾਰੋਹ ਵਿੱਚ ਇਕਬਾਲ ਨੇ ਆਪਣੀ ਪ੍ਰਸਿੱਧ ਰਚਨਾ ਸਾਰੇ ਯਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਸੁਣਾਈ ਸੀ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਬਰਤਾਂਤ ਬਾਰੇ। ਲਾਲਾ ਹਰਦਿਆਲ ਦਾ ਜਨਮ 14 ਅਕਤੂਬਰ 1884 ਈਸਵੀ ਨੂੰ ਦਿੱਲੀ ਵਿੱਚ ਮੁਹੱਲਾ ਚਿੜਾਖਾਨਾ ਚਾਂਦਨੀ ਚੌਂਕ ਨੇੜੇ ਮਾਤਾ ਭੋਲੀ ਰਾਣੀ ਤੇ ਪਿਤਾ ਗੌਰੀ ਦਿਆਲ ਮਾਥੁਰ ਦੇ ਘਰ ਹੋਇਆ। ਉਸਦਾ ਪਿਤਾ ਉਸ ਸਮੇਂ ਜ਼ਿਲ੍ਹਾ ਕਚਹਿਰੀ ਵਿੱਚ ਰੀਡਰ ਸੀ। ਉਰਦੂ ਤੇ ਫਾਰਸੀ ਦੇ ਪੰਡਤ ਪਿਤਾ ਗੌਰੀ ਦਿਆਲ ਮਾਥੁਰ ਨੇ ਬੇਟੇ ਨੂੰ ਵਿਦਿਆ ਪ੍ਰੇਮੀ ਬਣਾ ਦਿੱਤਾ। 17 ਸਾਲ ਦੀ ਉਮਰ ਵਿੱਚ ਸੁੰਦਰ ਰਾਣੀ ਨਾਮ ਦੀ ਅਤਿਅੰਤ ਰੂਪਸੀ ਕੰਨਿਆ ਨਾਲ ਉਹਨਾਂ ਦਾ ਵਿਆਹ ਹੋਇਆ। 2 ਸਾਲ ਬਾਅਦ ਉਹਨਾਂ ਨੂੰ ਇੱਕ ਪੁੱਤਰ ਦੀ ਪ੍ਰਾਪਤੀ ਹੋਈ, ਪਰ ਕੁਝ ਦਿਨਾਂ ਬਾਅਦ ਹੀ ਉਸਦੀ ਮੌਤ ਹੋ ਗਈ। ਸਨ 1908 ਵਿੱਚ ਉਹਨਾਂ ਦੀ ਦੂਜੀ ਔਲਾਦ ਇੱਕ ਪੁੱਤਰੀ ਪੈਦਾ ਹੋਈ। ਲਾਲਾ ਜੀ ਬਹੁਤ ਘੱਟ ਉਮਰ ਵਿੱਚ ਹੀ ਆਰੀਆ ਸਮਾਜ ਤੋਂ ਪ੍ਰਭਾਵਿਤ ਹੋ ਚੁੱਕੇ ਸਨ। ਅੱਗੇ ਜ਼ਿਕਰ ਹੈ 1900 ਦਾ। ਭਾਰਤੀ ਦਾਰਸ਼ਨਿਕ ਤੇ ਸ਼ਬਦਕੋਸ਼ਕਾਰ ਅਮੀਰ ਮਿਨਾਈ ਦਾ ਦੇਹਾਂਤ ਹੋਇਆ। ਇੱਕ ਝਾਤ ਕੈਨੇਡਾ ਤੇ। ਸਾਲ 1812 ਦੀ ਜੰਗ ਦੀ ਇੱਕ ਨਾਜ਼ੁਕ ਲੜਾਈ ਵਿੱਚ ਬ੍ਰਿਟਿਸ਼ ਤੇ ਕੈਨੇਡੀਅਨ ਸਿਪਾਹੀਆਂ ਨੇ ਕੁਇਨਸਟਨ ਹਾਈਟਸ ontario ਵਿਖੇ ਇੱਕ ਬਹੁਤ ਵੱਡੇ ਅਮਰੀਕੀ ਫੌਜ ਨੂੰ ਹਰਾਇਆ। ਕੈਨੇਡਾ ਦੇ ਸਿਪਾਹੀਆਂ ਵਿੱਚ ਕਾਲਰਡ ਮੈਨ ਦੀ ਕੈਪਟਨ ਰਾਂਚੀ ਦੀ ਕੰਪਨੀ, ਕਾਲੇ ਸਿਪਾਹੀਆਂ ਦੀ ਇੱਕ ਟੁਕੜੀ ਤੇ ਨਾਲ ਹੀ ਮੋਹਾਕ ਦੇ ਮੁਖੀ ਜੋਹਾਨ ਨਾਰਟਨ ਦੀ ਅਗਵਾਈ ਵਿੱਚ 6 ਦੇਸ਼ਾਂ ਦੇ ਯੋਧਿਆਂ ਦੀ ਇੱਕ ਫੋਰਸ ਸ਼ਾਮਲ ਸੀ। ਕੁਇਨਸਟਨ ਹਾਈਟਸ ਦੀ ਲੜਾਈ ਬ੍ਰਿਟਿਸ਼ ਤੇ ਕੈਨੇਡੀਅਨ ਫੌਜਾਂ ਲਈ ਜਿੱਤ ਤੇ ਨੁਕਸਾਨ ਦੋਵੇਂ ਹੀ ਸੀ, ਕਿਉਂਕਿ ਇਸ ਦੇ ਨਤੀਜੇ ਵਜੋਂ ਜਨਰਲ ਆਈਜ਼ੈਕ ਬਰਾਕ ਦੀ ਮੌਤ ਹੋ ਗਈ ਸੀ। ਕੁੱਲ ਮਿਲਾ ਕੇ 300 ਅਮਰੀਕੀ ਜ਼ਖਮੀ ਜਾਂ ਮਾਰੇ ਗਏ ਸਨ ਤੇ ਲਗਭਗ ਹਜ਼ਾਰਾਂ ਨੂੰ ਕੈਦੀ ਬਣਾ ਲਿਆ ਗਿਆ ਸੀ। ਅੰਗਰੇਜ਼ ਫੌਜਾਂ ਨੇ ਸਿਰਫ 28 ਬੰਦੇ ਗਵਾ ਦਿੱਤੇ ਤੇ 70 ਜ਼ਖਮੀ ਹੋਏ। 1993 ਚ ਮਾਈਕਲ ਸਮਿਥ ਨੇ ਸਾਈਟ ਨਿਰਦੇਸ਼ਿਤ ਮਿਊਟੈਜਨਸ ਦੀ ਵਰਤੋਂ ਕਰਦੇ ਹੋਏ ਜੈਨੇਟਿਕ DNA ਕ੍ਰਮਾਂ ਨੂੰ ਸੰਪਾਦਿਤ ਕਰਨ ਲਈ ਇੱਕ ਪ੍ਰਣਾਲੀ ਵਿਕਸਿਤ ਕਰ ਲਈ। ਕੈਮਿਸਟਰੀ ਫਰ ਵਿੱਚ ਮਹਿਸੂਸ ਇਨਾਮ ਜਿੱਤਿਆ। ਇਹ ਪ੍ਰਕਿਰਿਆ ਜੀਵ ਵਿਗਿਆਨੀਆਂ ਨੂੰ ਜੀਨ ਦੇ DNA ਕ੍ਰਮ ਵਿੱਚ ਜਾਣਬੁੱਝ ਕੇ ਤੇ ਨਿਰਦੇਸ਼ਿਤ ਤਬਦੀਲੀਆਂ ਕਰਨ ਦੀ ਆਗਿਆ ਦਿੰਦੀ ਹੈ। ਉਸਨੇ ਇਨਾਮੀ ਰਾਸ਼ੀ ਕਈ ਤਰ੍ਹਾਂ ਦੇ ਪ੍ਰੋਜੈਕਟਾਂ ਲਈ ਦਾਨ ਕੀਤੀ, ਜਿਸ ਵਿੱਚ ਵਿਗਿਆਨਿਕ ਕਰੀਅਰ ਵਿੱਚ ਔਰਤਾਂ ਦੀ ਤਰੱਕੀ ਤੇ ਸਿਜ਼ੋਫਰੀਨੀਆ ਤੇ ਖੋਜ ਸ਼ਾਮਲ ਹੈ। ਕੈਨੇਡਾ ਦੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਵਿਲੀਅਮ ਕਿਰਬੀ ਵੀ ਇਸੇ ਹੀ ਦਿਨ 1820 ਨੂੰ ਜਨਮੇ ਸਨ ਤੇ 1817 ਵਿੱਚ ਭੂਮ ਵਿਗਿਆਨੀ ਜੌਨ ਡਾਨਸਨ ਦਾ ਜਨਮ ਹੋਇਆ ਸੀ। ਇੱਕ ਪੰਛੀ ਝਾਤ ਵਿਸ਼ਵ ਤੇ। ਸਾਲ 54 ਰੋਮਨ ਸਾਮਰਾਜ ਦੇ ਮਹਾਰਾਜਾ ਕਲੌਡੀਅਸ ਦੀ ਪਤਨੀ ਵੱਲੋਂ ਉਸਦਾ ਕਤਲ ਕੀਤੇ ਜਾਣ ਮਗਰੋਂ ਨੀਰੋ ਮੁਲਕ ਦਾ ਨਵਾਂ ਹਾਕਮ ਬਣਿਆ। ਸਾਲ 1792 ਵਾਸ਼ਿੰਗਟਨ DC ਵਿੱਚ ਅਮਰੀਕਨ ਰਾਸ਼ਟਰਪਤੀ ਦੀ ਰਿਹਾਇਸ਼ ਵਾਸਤੇ ਜਾਰਜ ਵਾਸ਼ਿੰਗਟਨ ਨੇ ਐਗਜ਼ੈਕਟਿਵ ਮੈਨਸ਼ਨ ਇਮਾਰਤ ਦੀ ਨੀਂਹ ਰੱਖੀ। ਅੱਗੇ ਜ਼ਿਕਰ ਹੈ 1904 ਦਾ। ਮਸ਼ਹੂਰ ਮਨੋਵਿਗਿਆਨੀ ਸਿਗਮੰਡ ਫਰਾਇਡ ਦੀ ਕਿਤਾਬ ਸੁਪਨਿਆਂ ਦਾ ਬਿਆਨ ਇੰਟਰਪ੍ਰੀਟੇਸ਼ਨ ਆਫ ਡ੍ਰੀਮਜ਼ ਛਪੀ। ਸਾਲ 1999 ਅਮਰੀਕਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਂਟੋਨੀਓ ਨੋਰੀਏਗਾ ਦਾ ਤਖਤ ਪਲਟਣ ਦਾ ਐਲਾਨ ਕੀਤਾ। ਅੱਗੇ ਵਧਦੇ ਹਾਂ ਸਾਲ 1900 ਵੱਲ। ਪਾਕਿਸਤਾਨ ਦੇ ਉਰਦੂ ਲੇਖਕ ਤੇ ਨਾਟਕਕਾਰ ਇਮਤਿਆਜ਼ ਅਲੀ ਤਾਜ ਦਾ ਜਨਮ ਹੋਇਆ। ਸਾਲ 1925 ਲਾਹੌਰ ਤੇ ਬ੍ਰਿਟਿਸ਼ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਜਨਮ ਹੋਇਆ। ਅੱਗੇ ਜ਼ਿਕਰ ਹੈ 1938 ਦਾ। ਦੱਖਣੀ ਅਫਰੀਕੀ ਲੇਖਿਕਾ ਡੈਨਲ ਮੈਥੀ ਦਾ ਜਨਮ ਹੋਇਆ। ਸਾਲ 1940 ਪਾਕਿਸਤਾਨੀ ਗਾਇਕਾ ਤੇ ਅਦਾਕਾਰਾ ਮੁਸਰਤ ਨਜ਼ੀਰ ਦਾ ਜਨਮ ਹੋਇਆ। ਸਾਲ 1941 ਕੈਨੇਡੀਅਨ ਵਾਤਾਵਰਣ ਪ੍ਰੇਮੀ ਪੱਤਰਕਾਰ, ਲੇਖਕ ਤੇ ਸਿਆਸਤਦਾਨ ਹਾਬਰਟ ਹੰਟਰ ਦਾ ਜਨਮ ਹੋਇਆ। ਅੱਗੇ ਜ਼ਿਕਰ ਹੈ 1948 ਦਾ। ਪਾਕਿਸਤਾਨ ਦਾ ਸੂਫੀ ਗਾਇਕ ਤੇ ਸੰਗੀਤਕਾਰ ਨੁਸਰਤ ਫਤਿਹ ਅਲੀ ਖਾਨ ਦਾ ਜਨਮ ਹੋਇਆ। ਸਾਲ 1952 ਬ੍ਰਿਟਿਸ਼ ਭੌਤਿਕ ਵਿਗਿਆਨੀ ਤੇ ਕਣ ਭੌਤਿਕ ਵਿਗਿਆਨੀ ਤੇਜਿੰਦਰ ਵਿਰਦੀ ਦਾ ਜਨਮ ਹੋਇਆ। ਸਾਲ 1911 ਸਕਾਟ ਆਇਰਿਸ਼ ਸਮਾਜਿਕ ਕਾਰਕੁਨ, ਲੇਖਕ, ਅਧਿਆਪਕ ਸਿਸਟਰ ਨਿਵੇਦਿਤਾ ਦਾ ਦੇਹਾਂਤ ਹੋਇਆ। ਅੱਗੇ ਵਧਦੇ ਹਾਂ 1995 ਵੱਲ। ਅਮਰੀਕਨ ਨਾਵਲਕਾਰ ਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੌਥ ਦਾ ਦੇਹਾਂਤ ਹੋਇਆ।
ਸੋ ਇਹ ਸਨ ਅੱਜ 13 ਅਕਤੂਬਰ ਨਾਲ ਸੰਬੰਧਿਤ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜੀਆਂ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ 14 ਅਕਤੂਬਰ ਦੇ ਇਤਿਹਾਸ ਨਾਲ। ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।